ਹਾਂਜੀ, ਅਸਲਾਮ ਅਲੈਕੁਮ। ਕੀ ਹਾਲ ਆ ਜੀ ਸਭ ਦਾ? ਉਮੀਦ ਕਰਦੇ ਹਾਂ ਸਾਰੇ ਵੀਰ ਠੀਕ-ਠਾਕ ਹੋਣਗੇ। ਜਿੱਦਾਂ ਕਿ ਤੁਹਾਨੂੰ ਪਤਾ ਸਾਡੀ ਵੀਡੀਓ ਦੀ ਜਿਹੜੀ ਹੈਡਿੰਗ ਆ ਉਹ ਹੈ ਸਸਤਾ ਵਕੀਲ ਔਰ ਮਹਿੰਗਾ ਵਕੀਲ, ਇਹਨਾਂ ਦੋਨਾਂ ਦੇ ਵਿੱਚ ਕੀ ਫ਼ਰਕ ਹੈ। ਸਾਨੂੰ ਜ਼ਿੰਦਗੀ ਦੇ ਵਿੱਚ ਮਾਮਲਾਤ ਦੇ ਵਿੱਚ ਕਦੀ ਵੀ ਸਾਨੂੰ ਵਕੀਲ ਕਰਨੇ ਦੀ ਜ਼ਰੂਰਤ ਪੇਸ਼ ਆ ਸਕਦੀ ਆ। ਸਾਡੇ 100 ਮਸਾਇਲ ਜ਼ਿੰਦਗੀ ਦੇ ਵਿੱਚ ਆਉਂਦੇ ਆ, ਲੜਾਈ ਝਗੜੇ ਹੋ ਜਾਂਦੇ ਆ ਜਾਂ ਕਿਸੇ ਵੀ ਬੰਦੇ ਦੀ ਜ਼ਮਾਨਤ ਕਰਾਉਣ ਲਈ ਵਕੀਲ ਦੀ ਜ਼ਰੂਰਤ ਪੇਸ਼ ਆ ਸਕਦੀ ਹੈ। ਸਾਨੂੰ ਇਸ ਚੀਜ਼ ਦਾ ਯਾਨੀ ਕਿ ਅੱਜ ਪਤਾ ਲੱਗੂਗਾ ਕਿ ਸਾਨੂੰ ਆਇਆ ਸਸਤਾ ਵਕੀਲ ਕਰਨਾ ਚਾਹੀਦਾ ਕਿ ਮਹਿੰਗਾ ਕਰਨਾ ਚਾਹੀਦਾ। ਇਸ ਦੇ ਮੁਤਾਬਕ ਤੁਹਾਨੂੰ ਅੱਜ ਇੱਕ ਗੱਲ ਸੁਣਾਉਂਦੇ ਹਾਂ, ਜਿਹਦੇ ਵਿੱਚ ਇੱਕ ਬਾਬਾ ਜੀ ਦੇ ਪੁੱਤਰ ਨੇ ਕਿਸੇ ਦਾ ਮਰਡਰ ਕਰ ਦਿੱਤਾ, ਕਤਲ ਕਰ ਦਿੱਤਾ। ਬਾਬਾ ਜੀ ਨੇ ਹੁਣ ਉਸ ਪੁੱਤਰ ਦੀ ਆਪਣੇ ਦੀ ਪੁੱਤਰ ਹਵਾਲਾਤ ਦੇ ਅੰਦਰ ਚਲਾ ਗਿਆ। ਉਹਦੀ ਯਾਨੀ ਕਿ ਜ਼ਮਾਨਤ ਕਰਵਾਉਣੀ ਸੀ, ਕਿਉਂਕਿ ਉਹ ਹਵਾਲਾਤ ਦੇ ਅੰਦਰ ਚਲਾ ਗਿਆ ਸੀਗਾ। ਬਾਬਾ ਜੀ ਉਸ ਦੀ ਹਵਾਲਾਤ ਦੇ ਅੰਦਰ ਜ਼ਮਾਨਤ ਕਰਾਉਣ ਦੇ ਵਾਸਤੇ ਉਹਨੂੰ ਹਵਾਲਾਤ ਦੇ ਵਿੱਚੋਂ ਬਾਹਰ ਕਢਾਉਣ ਲਈ ਇੱਕ ਵਕੀਲ ਦੇ ਨਾਲ ਰਾਬਤਾ ਕਰਦੇ ਆ, ਅਦਾਲਤਾਂ ਦੇ ਵਿੱਚ ਜਾ ਕੇ। ਤੇ ਬਾਬਾ ਜੀ ਇੱਕ ਚੈਂਬਰ ਦੇ ਵਿੱਚ ਜਾਂਦੇ ਆ ਤੇ ਉੱਥੇ ਵਕੀਲ ਨਾਲ ਗੱਲਬਾਤ ਕਰਦੇ ਆ ਕਿ ਜੀ ਮੇਰੇ ਪੁੱਤਰ ਨੇ ਕਤਲ ਕਰ ਦਿੱਤਾ ਵਾ ਤੇ ਆਪਾਂ ਉਹਦੀ ਨਾਲ ਜ਼ਮਾਨਤ ਕਰਵਾਉਣੀ, ਤੁਸੀਂ ਆਪਣੀ ਫੀਸ ਦੱਸੋ। ਉਸ ਵਕੀਲ ਨੇ ਬਾਬਾ ਜੀ ਨੂੰ 10,000 ਰੁਪਇਆ ਫੀਸ ਦੱਸੀ ਕਿ ਮੈਂ ਬਾਬਾ ਜੀ ਇਨਸ਼ਾਅੱਲਾ ਤੁਹਾਡੇ ਪੁੱਤਰ ਦੀ ਜ਼ਮਾਨਤ ਕਰਵਾ ਦੂੰਗਾ, ਬਫਜ਼ਲ ਖੁਦਾ, ਅਗਰ ਅੱਲਾ ਨੇ ਚਾਹਿਆ ਤੇ। ਬਾਬਾ ਜੀ ਮੁਤਮਿਨ ਨਾ ਹੋਏ ਕਿਉਂਕਿ ਉਹਨਾਂ ਦੀ ਫੀਸ ਬਹੁਤ ਥੋੜੀ ਸੀਗੀ। ਬਾਬਾ ਜੀ ਉੱਥੋਂ ਉੱਠੇ, ਇੱਕ ਦੂਸਰੇ ਚੈਂਬਰ 'ਚ ਜਾ ਚਲੇ ਗਏ। ਦੂਸਰੇ ਵਕੀਲ ਨੂੰ ਸਾਰੀ ਗੱਲਬਾਤ ਸੁਣਾਈ ਤੇ ਬਾਬਾ ਜੀ ਕੋ ਉਸ ਵਕੀਲ ਨੇ 30,000 ਰੁਪਇਆ ਮੰਗਿਆ ਕਿ ਇਨਸ਼ਾਅੱਲਾ ਤੁਹਾਡੇ ਪੁੱਤਰ ਦੀ ਜ਼ਮਾਨਤ ਕਰਵਾ ਦੂੰਗਾ। ਬਾਬਾ ਜੀ ਫਿਰ ਵੀ ਮੁਤਮਿਨ ਨਾ ਕੋਈ ਨਾ ਹੋਏ ਤੇ ਬਾਬਾ ਜੀ ਉੱਥੋਂ ਨਿਕਲ ਕੇ ਤੀਸਰੇ ਵਕੀਲ ਦੇ ਚੈਂਬਰ 'ਚ ਚਲੇ ਗਏ। ਬਾਬਾ ਜੀ ਨੇ ਸਾਰੀ ਵਕੀਲ ਨੂੰ ਉਸਨੂੰ ਗੱਲਬਾਤ ਸੁਣਾਈ। ਉਸ ਵਕੀਲ ਨੇ ਬਾਬਾ ਜੀ ਕੋ 50,000 ਦੀ ਡਿਮਾਂਡ ਕੀਤੀ ਕਿ ਸਾਡੀ ਫੀਸ ਆ, ਇਨਸ਼ਾਅੱਲਾ ਤੁਹਾਡੇ ਪੁੱਤਰ ਦੀ ਜ਼ਮਾਨਤ ਕਰਵਾ ਦੇਵਾਂਗੇ। ਬਾਬਾ ਜੀ ਫਿਰ ਵੀ ਮੁਤਮਿਨ ਕੋਈ ਨਾ ਹੋਏ। ਬਾਬਾ ਜੀ ਨੇ ਚੌਥੇ ਵਕੀਲ ਦੇ ਚੈਂਬਰ ਚਲੇ ਗਏ, ਜਾ ਕੇ ਉਸ ਵਕੀਲ ਨਾਲ ਗੱਲਬਾਤ ਕੀਤੀ। ਉਸ ਵਕੀਲ ਨੇ ਬਾਬਾ ਜੀ ਕੋ 1 ਲੱਖ ਰੁਪਏ ਦੀ ਡਿਮਾਂਡ ਕੀਤੀ ਕਿ ਬਾਬਾ ਜੀ ਇਨਸ਼ਾਅੱਲਾ ਤੁਹਾਡੇ ਪੁੱਤਰ ਦੀ ਆਪਾਂ ਜ਼ਮਾਨਤ ਕਰਵਾ ਦੇਵਾਂਗੇ, ਸਾਡੀ ਫੀਸ ਜਿਹੜੀ 1 ਲੱਖ ਰੁਪਈਆ। ਬਾਬਾ ਜੀ ਥੋੜੇ ਜ਼ਿਹਨੀ ਤੌਰ ਤੇ ਮੁਤਮਿਨ ਹੋ ਗਏ ਕਿ ਆਇਆ ਇਹ ਵਕੀਲ ਮੇਰੇ ਪੁੱਤਰ ਦੀ ਜ਼ਮਾਨਤ ਕਰਵਾ ਸਕਦਾ, ਇਹ 'ਚ ਇੰਨੀ ਕੁ ਪਾਵਰ ਹੈ, ਹਿੰਮਤ ਹੈ, ਕਿਉਂਕਿ ਉਹਨੇ ਫੀਸ 1 ਲੱਖ ਰੁਪਏ ਦੱਸੀ ਸੀ ਨਾ। ਬਾਬਾ ਜੀ ਮੁਤਮਿਨ ਹੋ ਗਏ। ਦੂਸਰਿਆਂ ਦੀ ਫੀਸ ਜਿਹੜੀ ਸੀ ਬਾਬਾ ਜੀ ਦੇ ਪਸੰਦ ਨਾ ਆਈ, ਯਾਨੀ ਕਿ ਬਾਬੇ ਦਾ ਜ਼ਿਹਨ ਮੁਤਮਿਨ ਨਹੀਂ ਹੋਇਆ ਕਿ ਦੂਸਰੇ ਵਕੀਲ ਮੇਰੇ ਪੁੱਤਰ ਦੀ ਜ਼ਮਾਨਤ ਨਹੀਂ ਕਰਵਾ ਸਕਦੇ। ਜੱਜ ਦੇ ਤਰੀਕ ਦਾ ਟਾਈਮ ਆਇਆ, ਜਦੋਂ ਪੇਸ਼ ਹੋ ਗਏ ਵਕੀਲ ਸਾਹਿਬ। ਬਾਬਾ ਜੀ ਨੇ ਪੈਸੇ ਜਮ੍ਹਾਂ ਕਰਵਾ ਦਿੱਤੇ ਸੀ। ਬਾਬਾ ਜੀ ਨੇ 1 ਲੱਖ ਰੁਪਈਆ ਉਸ ਵਕੀਲ ਨੂੰ ਜਮ੍ਹਾਂ ਕਰਵਾ ਦਿੱਤਾ ਕਿ ਮੇਰੇ ਪੁੱਤਰ ਦੀ ਜ਼ਮਾਨਤ ਕਰਵਾਈ ਜਾਵੇ। ਜਦੋਂ ਤਰੀਕ 1-2 ਪਈਆਂ, ਉਹ ਤਰੀਕ ਪਾ ਦਿੱਤੀ ਜਾਵੇ, ਵਕੀਲ ਸਾਹਿਬ ਆਪਣੀ ਰਾਏ ਪੇਸ਼ ਕਰਨ ਤੇ ਜੱਜ ਤਰੀਕ ਪਾ ਦੇ ਦੇਵੇ। ਤੀਸਰੀ ਚੌਥੀ ਤਰੀਕ ਤੇ ਜੱਜ ਨੇ ਫੈਸਲਾ ਕਰ ਦਿੱਤਾ ਕਿ ਆਇਆ ਇਸ ਪੁੱਤਰ ਨੂੰ ਫਾਂਸੀ ਦੇ ਦਿੱਤੀ ਜਾਵੇ, ਕਿਉਂਕਿ ਇਹਨੇ ਇੱਕ ਇਨਸਾਨ ਦਾ ਕਤਲ ਕੀਤਾ। ਕਤਲ ਦਾ ਬਦਲਾ ਕਤਲ ਆ, ਕਿਉਂਕਿ ਇਸਲਾਮ ਦੇ ਵਿੱਚ ਇਸਲਾਮੀ ਕਾਨੂੰਨ ਆ, ਕਤਲ ਦਾ ਬਦਲਾ ਕਤਲ ਆ। ਕਤਲ ਹੋ ਗਿਆ ਜੀ। ਉਸ ਕਤਲ ਦਾ ਜਦੋਂ ਬਦਲਾ, ਉਹਦਾ ਫੈਸਲਾ ਆਇਆ ਕਿ ਇਸ ਬੱਚੇ ਨੂੰ ਫਾਂਸੀ ਦੇ ਦਿੱਤੀ ਜਾਵੇ। ਬੱਚੇ ਨੂੰ ਫਾਂਸੀ ਦੇ ਦਿੱਤੀ ਗਈ। ਕੁਝ ਦਿਨਾਂ ਤੋਂ ਬਾਅਦ ਬਾਬਾ ਜੀ ਦੀ ਪਹਿਲੇ ਵਕੀਲ ਨਾਲ ਮੁਲਾਕਾਤ ਹੁੰਦੀ ਆ, ਜਿਹੜੇ ਵਕੀਲ 10,000 ਰੁਪਏ ਜਿਸ ਵਕੀਲ ਨੇ ਮੰਗਿਆ ਸੀ ਨਾ ਬਾਬਾ ਜੀ ਦੀ, ਉਸ ਵਕੀਲ ਨਾਲ ਮੁਲਾਕਾਤ ਹੁੰਦੀ ਆ। ਬਾਬਾ ਜੀ ਨੇ ਦੱਸਿਆ ਕਿ ਹਾਂਜੀ, ਵਕੀਲ ਸਾਹਿਬ ਨੇ ਪੁੱਛਿਆ ਬਾਬਾ ਜੀ ਕਿੱਦਾਂ ਫਿਰ ਪੁੱਤਰ ਦੀ ਕੀ ਸੂਰਤ ਹਾਲ ਹੈ, ਜ਼ਮਾਨਤ ਹੋ ਗਈ? ਬਾਬਾ ਜੀ ਨੇ ਦੱਸਿਆ ਕਿ ਬਾਬਾ ਜੀ ਨੇ ਕਿਹਾ ਕਿ ਨਾ ਪੁੱਤਰ ਉਸ ਆਪਣਾ ਜਿਹੜਾ ਮੇਰਾ ਪੁੱਤਰ ਸੀ ਨਾ, ਉਹਦੀ ਫਾਂਸੀ ਹੋ ਗਈ, ਉਹਨੂੰ ਸਜ਼ਾਏ ਮੌਤ ਹੋ ਗਈ ਆ। ਤੇ ਬਾਬਾ ਜੀ ਕੋ ਉਸ ਵਕੀਲ ਨੇ ਪੁੱਛਿਆ, ਹਾਂਜੀ ਬਾਬਾ ਜੀ ਫਿਰ ਤੁਸੀਂ ਕਿਹੜਾ ਵਕੀਲ ਕੀਤਾ ਸੀ, ਕਿੰਨੀ ਫੀਸ ਦੇ ਸੀ ਉਹਨੂੰ? ਬਾਬਾ ਜੀ ਨੇ ਦੱਸਿਆ ਕਿ ਮੈਂ 1 ਲੱਖ ਰੁਪਇਆ ਦਿੱਤਾ ਸੀ, ਫਲਾਣਾ ਵਕੀਲ ਕੀਤਾ ਸੀਗਾ। 2-3 ਤਰੀਕਾਂ ਪਈਆਂ, ਲੇਕਿਨ ਜੱਜ ਨੇ ਫੈਸਲਾ ਦਿੱਤਾ ਕਿ ਇਸ ਪੁੱਤਰ ਨੂੰ ਜਾਣੀ ਕਿ ਮੇਰੇ ਨੂੰ ਨਾ ਫਾਂਸੀ ਦੇ ਦਿੱਤੀ ਜਾਵੇ। ਉਸ ਵਕੀਲ ਸਾਹਿਬ ਨੇ ਬਾਬਾ ਜੀ ਨੂੰ ਇੱਕ ਗੱਲ ਸੁਣਾਈ, ਬਾਬਾ ਜੀ ਦੇਖੋ ਨਾ, ਤੁਹਾਡਾ ਕੇਸ ਜਿਹੜਾ ਲੀਗਲ ਨਹੀਂ ਸੀਗਾ। ਮੈਂ 10,000 ਰੁਪਇਆ ਲੈ ਕੇ ਵੀ ਤੁਹਾਡੇ ਪੁੱਤ ਨੂੰ ਸਜ਼ਾਏ ਮੌਤ ਹੀ ਹੋਣੀ ਸੀਗੀ। ਹੁਣ ਤੁਸੀਂ 1 ਲੱਖ ਰੁਪਇਆ ਦੇ ਕੇ ਵੀ ਨਾ ਸਜ਼ਾਏ ਮੌਤ ਹੀ ਕਰਵਾਈ ਆ। ਸੋ ਮੇਰੇ ਵੀਰੋ, ਜ਼ਿੰਦਗੀ ਦੇ ਵਿੱਚ ਅਗਰ ਤੁਹਾਡਾ ਕੇਸ ਲੀਗਲ ਆ ਨਾ, ਕਦੀ ਵੀ ਮਹਿੰਗੇ ਵਕੀਲ ਨਾਲ ਰਜੂ ਨਾ ਕਰੋ। ਜਿਹੜਾ ਕੰਮ ਸਸਤੇ ਵਕੀਲ ਨੇ ਕਰਨਾ, ਉਹੀ ਮਹਿੰਗੇ ਨੇ ਕਰਨਾ ਵਾ। ਅਗਰ ਤੁਹਾਡੇ ਕੇਸ ਨੂੰ ਸਸਤਾ ਵਕੀਲ ਨਹੀਂ ਨਾ ਹੈਂਡਲ ਕਰ ਸਕਦਾ, ਤੇ ਮਹਿੰਗਾ ਵੀ ਹੈਂਡਲ ਨਹੀਂ ਕਰ ਸਕਦਾ। ਕਦੀ ਵੀ ਮਹਿੰਗਾ ਵਕੀਲ ਨਹੀਂ ਕਰਨਾ,
ਕਿਉਂਕਿ ਤੁਹਾਡੇ ਪੈਸੇ ਜ਼ਾਇਆ ਹੋਣੇ ਆ ਔਰ ਤੁਹਾਡੇ ਰਕਮ ਦਾ ਜ਼ਿਆ ਵਾ। ਜੇ ਅਗਰ ਤੁਸੀਂ ਲੀਗਲ ਆ ਤੇ ਤੁਹਾਨੂੰ ਮਹਿੰਗੇ ਵਕੀਲ ਦੀ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ। ਅੱਜ ਦਾ ਰਿਜ਼ਲਟ ਇਹੀ ਆ, ਨਤੀਜਾ ਅਸੀਂ ਇਹੀ ਅਖਜ਼ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਅਗਰ ਤੁਹਾਡਾ ਕੇਸ ਲੀਗਲ ਆ ਨਾ, ਕਦੀ ਵੀ ਆਪਣਾ ਜਾਣੀ ਕਿ ਨਾ ਮਹਿੰਗਾ ਵਕੀਲ ਨਾ ਕਰੋ, ਸਸਤੇ ਵਕੀਲ ਨਾਲ ਤੁਹਾਡਾ ਕੰਮ ਕਰਨਾ। ਅਗਰ ਇਨਲੀਗਲ ਵੀ ਕੇਸ ਆ, ਇਸ ਸੂਰਤ ਦੇ ਵਿੱਚ ਵੀ ਤੁਹਾਡਾ ਵੀ ਬਾਬਾ ਜੀ ਵਾਲੀ ਸੂਰਤ ਹਾਲ ਹੋਣੀ ਆ, ਪੈਸੇ ਦਾ ਜ਼ਿਆ ਵੀ ਹੋਣਾ, ਕੇਸ ਵੀ ਤੁਹਾਡੇ ਹੱਕ 'ਚ ਨਹੀਂ ਹੋਣਾ। ਲਿਹਾਜ਼ਾ ਪੈਸੇ ਜ਼ਾਇਆ ਕਰਨ ਦੀ ਕੋਈ ਜ਼ਰੂਰਤ ਨਹੀਂ। ਜਿੱਦਾਂ ਕਿ ਅਸੀਂ ਡਾਕਟਰ ਸਾਹਿਬ ਦੇ ਕੋਲ ਚਲ ਜਾਂਦੇ ਕਿਸੇ ਕੋਲ, ਪਿੰਡ ਵਾਲੇ ਡਾਕਟਰ ਸਾਨੂੰ ਪਸੰਦ ਨਹੀਂ ਆਉਂਦੇ ਕਿਉਂਕਿ ਉਹ ਬ੍ਰਾਂਡ ਨਹੀਂ ਹੁੰਦੇ। ਜਿਹੜੇ ਡਾਕਟਰ ਦੀ ਫੀਸ 1000 ਰੁਪਈਆ ਵਾ, ਅਸੀਂ ਉੱਤੇ ਮੁਤਮਿਨ ਹਾਂ, ਬਾਕੀ ਦੂਸਰੇ ਡਾਕਟਰ 500 ਵਾਲੇ ਤੇ ਕੋਈ ਮੁਤਮਿਨ ਨਹੀਂ ਹੈਗੇ। ਲਿਹਾਜ਼ਾ ਮੇਰੇ ਵੀਰੋ, ਜਿਹੜਾ ਕੰਮ ਸਸਤੇ ਡਾਕਟਰ ਨੇ ਕਰਨਾ, ਮਹਿੰਗੇ ਨੇ ਵੀ ਉਹੀ ਕਰਨਾ, ਸਿਰਫ ਉਹਦੀ ਫੀਸ ਦੇ ਅਖਰਾਜਾਤ ਜਿਹੜੇ ਜ਼ਿੰਦਗੀ ਦੇ ਮਾਮਲਾਤ ਆ ਉਹ ਜ਼ਿਆਦਾ ਹੁੰਦੇ ਆ, ਬਾਕੀ ਕੋਈ ਮਾਮਲਾ ਨਹੀਂ ਹੁੰਦਾ। ਆਪਣੇ ਪੈਸੇ ਦਾ ਜ਼ਿਆ ਨਾ ਕਰੋ। ਸਾਡੀ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਫਾਲੋ ਕਰੋ।